ਆਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਅਪਰਿ ਅਪਾਰਾ ਤਾਕਾ ਲਜੋ ਨ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜਾ। ਮੂਕ ਉਤਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ। ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕਉ ਮੀਨਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਦੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਅਤੇ ਅੰਤ ਹੀ ਭਾਗਸ਼ਾਲੀ ਹਾਂ ਜੋ ਸਤਿਗੁਰੂ ਸਾਹਿਬ ਜੀ ਦੇ ਦਰ ਘਰ ਤੋਂ ਬਰੋਸਾਏ ਹੋਏ ਮਹਾਨ ਸ਼ਹੀਦ ਅਤੇ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਖਤ ਏ ਜਿਗਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਬਾਕੀ ਦੇ ਬੇਅੰਤੀ ਮਹਾਨ ਸ਼ਹੀਦ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਸ੍ਰੀ ਚਮਕੌਰ ਸਾਹਿਬ ਜੀ ਦੇ ਅੰਦਰ ਜੋ ਤਿੰਨ ਪਿਆਰਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਪਿਆਰੇ ਮੁਕਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਇਸੇ ਪ੍ਰਕਾਰ ਬਾਬਾ ਜੀਵਨ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਤਕਰੀਬਨ 40 ਗੁਰਸਿੱਖਾਂ ਨੇ ਸ੍ਰੀ ਚਮਕੌਰ ਸਾਹਿਬ ਜੀ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ।
ਜਿਨ੍ਹਾਂ ਦੇ ਵਿੱਚੋਂ ਕੁਝ ਤਿੰਨ ਪਿਆਰੇ, ਪੰਜ ਪਿਆਰਿਆਂ ਦੇ ਵਿੱਚੋਂ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਚਮਕੌਰ ਦੀ ਗੜ੍ਹੀ ਦੇ ਵਿੱਚੋਂ ਹਜ਼ੂਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਖਾਲਸੇ ਨੇ ਬੇਨਤੀਆਂ ਕੀਤੀਆਂ ਔਰ ਹਜ਼ੂਰ ਨੇ ਗੁਰੂ ਖਾਲਸੇ ਦਾ ਹੁਕਮ ਪ੍ਰਵਾਨ ਕਰਦਿਆਂ ਹੋਇਆਂ ਤਾੜੀ ਮਾਰ ਕੇ ਹਿੰਦ ਪੀਰ ਮੇਰ ਵੱਧ ਇਹ ਬਚਨ ਕਹਿ ਕੇ ਹਜ਼ੂਰ ਪਾਤਸ਼ਾਹ ਜੀ ਉਸ ਵੇਲੇ ਪੈਰੀਆਂ ਦੇ ਵਿੱਚ ਦੀ ਪੈਰੀਆਂ ਨੂੰ ਚੀਰਦੇ ਹੋਏ ਹਜ਼ੂਰ ਚਮਕੌਰ ਦੀ ਗੜ੍ਹੀ ਚੋਂ ਬਾਹਰ ਆਏ ਅਤੇ ਜਿਨ੍ਹਾਂ ਮਹਾਨ ਸ਼ਹੀਦਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਹਰ ਸਾਲ ਹੀ ਉਹਨਾਂ ਨੂੰ ਯਾਦ ਕਰਨ ਵਾਸਤੇ ਆਪਾਂ ਸਰਬੱਤ ਨਗਰ ਨਿਵਾਸੀ ਗੁਰਸਿੱਖ ਮਾਈ ਭਾਈ ਹਰ ਸਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਸ੍ਰੀ ਅਖੰਡ ਜਾਪ ਕਰਦੇ ਹਾਂ। ਭਾਵੇਂ ਇਹਨਾਂ ਸਮਿਆਂ ਦੇ ਅੰਦਰ ਅੱਗੇ ਆਪਾਂ ਇਤਿਹਾਸਕ ਵਿਚਾਰਾਂ ਗੁਰੂ ਕੇ ਇਤਿਹਾਸ ਦੇ ਵਿੱਚੋਂ ਸਰਵਣ ਕਰਦੇ। ਐਤਕੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ, ਜਿਸ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 15 ਰਾਗਾਂ ਦੇ ਅੰਦਰ ਹਜ਼ੂਰ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਉਚਾਰਨ ਕੀਤੀ। ਤਕਰੀਬਨ 116 ਸਤਿਗੁਰੂ ਮਹਾਰਾਜ ਜੀ ਦੇ ਪਾਵਨ ਗੁਰਬਾਣੀ ਦੇ ਸ਼ਬਦ ਹਨ। ਇਹ 9ਵੇਂ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਅੰਮ੍ਰਿਤ ਗੁਰਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਿਗਰਾਨੀ ਦੇ ਅੰਦਰ ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਿਸ ਵੇਲੇ ਆਪ ਜੀ ਗਏ ਸਨ, ਇੱਧਰ ਚਮਕੌਰ ਸਾਹਿਬ ਤੋਂ ਨਿਕਲ ਕੇ ਹਜ਼ੂਰ ਪਾਤਸ਼ਾਹ ਜੀ ਨਗਰਾਂ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਜਿਸ ਵੇਲੇ ਦੀਨੇ ਕਾਂਗੜ ਆਏ ਤੋਂ ਹਜ਼ੂਰ ਨੇ ਜ਼ਫ਼ਰਨਾਮਾ ਔਰੰਗਜ਼ੇਬ ਬਾਦਸ਼ਾਹ ਨੂੰ ਲਿਖਿਆ। ਜਿਹੜੇ ਜਿਹੜੇ ਜ਼ੁਲਮ ਤੇ ਪਾਪ ਔਰੰਗਜ਼ੇਬ ਬਾਦਸ਼ਾਹ ਨੇ ਕੀਤੇ ਉਹਨੂੰ ਯਾਦ ਕਰਾਏ। ਇਸ ਤੋਂ ਬਾਅਦ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਸ੍ਰੀ ਦਮਦਮਾ ਸਾਹਿਬ ਵੱਲ ਚਲੇ ਗਏ। ਹਜ਼ੂਰ ਨੇ ਉੱਥੇ ਜੰਗਾਂ ਯੁੱਧਾਂ ਦਾ ਕਮਰ ਕਸਾ ਖੋਲ੍ਹਿਆ ਤੇ ਉਸ ਵੇਲੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਗੁਰੂ ਖਾਲਸੇ ਨੂੰ ਆਨੰਦਪੁਰ ਸਾਹਿਬ ਦੇ ਵਿੱਚ ਕਹਿੰਦੇ ਸੋ ਕਿ ਸਮਾਂ ਆਉਣ ਤੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਰਥ ਪੜ੍ਹਾਵਾਂਗੇ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਜੰਗ ਦਾ ਕਮਰ ਕਸਾ ਖੋਲ ਦਿੱਤਾ ਹੈ। ਜੇ ਆਪ ਜੀ ਦਾ ਹੁਕਮ ਹੋਵੇ, ਆਪ ਕਿਰਪਾ ਕਰਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਦੇ ਅਰਥ ਪੜ੍ਹਾ ਦਿਓ। ਤਾਂ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਗੁਰਸਿੱਖਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਉਸ ਵੇਲੇ ਹਜ਼ੂਰ ਨੇ ਬਚਨ ਕੀਤਾ ਕਿ ਭਾਈ 25 ਗੁਰਸਿੱਖ ਜਾਓ। ਜਿਹੜਾ ਸਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਰਾਹੀਂ ਲਿਖਵਾਇਆ ਹੈ, ਉਹ ਕਰਤਾਰਪੁਰ ਦੀ ਧਰਤੀ ਤੇ ਹੈ ਤੇ ਤੁਸੀਂ 25 ਗੁਰਸਿੱਖ ਬੜੇ ਆਦਰ ਤੇ ਸਤਿਕਾਰ ਦੇ ਨਾਲ ਜਾ ਕੇ ਉਹ ਸਰੂਪ ਲੈ ਕੇ ਆਓ। ਜਿਸ ਵੇਲੇ 25 ਸਿੰਘ ਦਮਦਮਾ ਸਾਹਿਬ ਤੋਂ ਕਰਤਾਰਪੁਰ ਵਿਖੇ ਗਏ, ਉਸ ਵੇਲੇ ਜੋ ਧੀਰ ਮੱਲ ਦੀ ਅੰਸ਼ ਬੰਸ ਸੀ ਉਹਨਾਂ ਨੇ ਜਵਾਬ ਦੇ ਦਿੱਤਾ। ਇਸ ਗੱਲ ਦੇ ਵਿੱਚ ਕਈ ਕਾਰਨ ਹਨ। ਇੱਕ ਤਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਹਿ ਕੇ ਧੀਰ ਮੱਲ ਨੂੰ ਇਹ ਸਰੂਪ ਦਿੱਤਾ ਸੀ ਤੇ ਉਸ ਵੇਲੇ ਸੇਵਾ ਸੰਭਾਲ ਧੀਰ ਮੱਲ ਕਰਿਆ ਕਰਦਾ।
ਦੂਸਰਾ ਸੀ ਕਿ ਸੰਗਤ ਦਾ ਚੜਾਵਾ ਆਉਂਦਾ ਸੀ, ਇਸ ਕਾਰਨ ਕਰਕੇ ਧੀਰ ਮੱਲ ਆਪਣੇ ਆਪ ਨੂੰ ਕੁਝ ਗੁਰੂ ਵੀ ਸਮਝਦਾ ਸੀ ਤੇ ਗੁਰਬਾਣੀ ਦਾ ਸਰੂਪ ਹੋਣ ਕਰਕੇ ਸੰਗਤਾਂ ਉਹਨਾਂ ਦੇ ਪਾਸ ਵੀ ਜਾਇਆ ਕਰਦੀਆਂ ਸਨ। ਜਿਸ ਵੇਲੇ ਧੀਰ ਮੱਲ ਦੇ ਅੰਸ਼ ਵੰਸ਼ ਦੇ ਵਿੱਚੋਂ ਭਾਗ ਮੱਲ ਆਦਿ ਉਸ ਵੇਲੇ ਹੈ ਸਨ, ਉਹਨਾਂ ਨੇ ਜਵਾਬ ਦੇ ਦਿੱਤਾ ਤਾਂ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਵੇਂ ਹੋਰ ਵੀ ਸਰੂਪ ਲਿਆ ਸਕਦੇ ਸਨ, ਕਿਉਂਕਿ ਉਸ ਗੁਰਬਾਣੀ ਦੇ ਕਈ ਉਤਾਰੇ ਹੋ ਚੁੱਕੇ ਸਨ। ਜਿਸ ਤਰ੍ਹਾਂ ਭਾਈ ਜੀ ਡਰੌਲੀ ਵਿਖੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੱਥ ਲਿਖਤ ਸੁਭਾਏਮਾਨ ਹੈ, ਹਜ਼ੂਰ ਜੇ ਚਾਹੁੰਦੇ ਤੇ ਭਾਈ ਜੀ ਡਰੌਲੀ ਤੋਂ ਵੀ ਲਿਆ ਸਕਦੇ ਸਨ। ਪਰ ਜਿਹੜੇ ਬਚਨ ਹਜ਼ੂਰ ਨੇ 6ਵੇਂ ਸਰੂਪ ਦੇ ਵਿੱਚ ਕੀਤੇ ਸੀ, ਸੁਣ ਕਹਿ ਹਮ ਤਾਹੀ ਕੇ ਬੈਨਨ ਕੋ ਢਿਗ ਤਾਹੀ ਤਲਵੰਡੀ ਕੇ ਕਾਂਸੀ ਰਚੋਂ, ਜਿਹ ਬੈਲ ਪੜ੍ਹੇ ਹੋਏ ਬੁੱਧ ਉਦਾਰੋ, ਗ੍ਰੰਥ ਉਚਾਰਨ ਕਰੋ ਤਿਹ ਬੈਠ ਕੇ, ਬੀੜ ਸੋ ਜਗ ਮਾਹੇ ਬਿਥਾਰੋ, ਅੱਖਰ ਏਕ ਕੋ ਭੇਵ ਧਰੋ ਨਹਿ, ਮਮਦਾਸ ਗੁਰੂ ਸਮਰੱਥ ਵਿਚਾਰੋ। ਇਹ 6ਵੇਂ ਸਰੂਪ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕਹੇ ਸੀ ਕਿ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ 10ਵੇਂ ਜਾਮੇ ਦੇ ਅੰਦਰ ਗੁਰਬਾਣੀ ਉਚਾਰਨ ਕਰਾਂਗੇ। ਤੇ ਉਸ ਵੇਲੇ ਹਜ਼ੂਰ ਨੇ ਭਾਈ ਮਨੀ ਸਿੰਘ ਜੀ ਨੂੰ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਿਖਾ ਕੇ ਹਜ਼ੂਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣਾ ਆਰੰਭ ਕੀਤਾ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕੀਤੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਕੱਤਕ ਸੁਦੀ ਪੂਰਨਵਾਸੀ ਨੂੰ ਅਵਤਾਰ ਦਿਹਾੜਾ ਹੁੰਦਾ, 1762 ਵਿਕਰਮੀ ਦੇ ਵਿੱਚ ਕੱਤਕ ਸੁਦੀ ਪੂਰਨਵਾਸੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਲਿਖਣਾ ਆਰੰਭ ਕਰਵਾਇਆ। ਤੇ ਹਜ਼ੂਰ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ। ਬਾਬਾ ਦੀਪ ਸਿੰਘ ਜੀ ਨਾਲ ਸਹਾਇਕ ਸਨ। ਇਸ ਦਾ ਜ਼ਿਕਰ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਆਇਆ ਹੈ। ਅਬ ਦਰਬਾਰ ਦਮਦਮਾ ਹੈ ਜਹਾਂ, ਤੰਬੂ ਲਗਵਾਏ ਕੈ ਗੁਰ ਤਹਾਂ, ਮਨੀ ਸਿੰਘ ਕੋ ਲਿਖਣ ਬਿਠਾ ਕੈ, ਗੁਰੂ ਨਾਨਕ ਕਾ ਧਿਆਨ ਧਰੈ ਕੈ, ਨਿਤ ਪ੍ਰਤ ਗੁਰੂ ਉਚਾਰੀ ਜੈਸੇ, ਬਾਣੀ ਲਿਖੀ ਮਨੀ ਸਿੰਘ ਤੈਸੇ। ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਬਾਣੀ ਦੇ ਅਰਥ ਗੁਰਬਾਣੀ ਲਿਖਵਾਇਆ ਕਰਦੇ ਔਰ ਪਿਛਲੇ ਪਹਿਰ ਹਜ਼ੂਰ ਪਾਤਸ਼ਾਹ ਜੀ ਜਿੰਨੀ ਗੁਰਬਾਣੀ ਅੰਮ੍ਰਿਤ ਵੇਲੇ ਲਿਖੀ ਜਾਂਦੀ, ਉਤਨੀ ਗੁਰਬਾਣੀ ਦੇ ਸ਼ਾਮ ਦੇ ਸਮੇਂ ਗੁਰਸਿੱਖਾਂ ਨੂੰ ਆਪ ਅਰਥ ਪੜ੍ਹਾਇਆ ਕਰਦੇ ਸਨ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲੇ ਦਿਨ ਜਪਜੀ ਸਾਹਿਬ ਔਰ ਇਸੇ ਤਰ੍ਹਾਂ ਰਹਿਰਾਸ ਦੇ 9 ਸ਼ਬਦ ਸੁਰੀਲੇ ਬਾਣੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਰਤਮਾਨ ਸਮੇਂ ਦੇ ਜੋ ਪ੍ਰਿੰਟ ਛਾਪੇ ਦੇ 1430 ਅੰਗ ਹਨ, ਇਹਨਾਂ ਦੇ ਤਕਰੀਬਨ 14 ਅੰਗ ਤੱਕ ਇਹ ਬਾਣੀ ਅੰਮ੍ਰਿਤ ਵੇਲੇ ਪਹਿਲੇ ਦਿਨ ਲਿਖੀ ਗਈ। ਤੇ ਜਿਤਨੇ ਹਜ਼ੂਰ ਨੇ ਅੰਮ੍ਰਿਤ ਵੇਲੇ ਗੁਰਬਾਣੀ ਲਿਖਵਾਈ, ਸ਼ਾਮ ਦੇ ਸਮੇਂ ਉਤਨੇ ਹੀ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਕਰਦੇ। ਇਸ ਦਾ ਜ਼ਿਕਰ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਸ਼ਾਂ ਨੇ ਕੀਤਾ ਹੈ। ਗੁਰੂ ਕਾਸ਼ੀ ਤਖਤ ਸ੍ਰੀ ਦਮਦਮਾ ਸਾਹਿਬ ਟਕਸਾਲ ਤੋੜੀ, ਸ੍ਰੀ ਦਸ਼ਮੇਸ਼ ਕਥਾ ਕਰੀ ਪ੍ਰੀਤ ਲਾਇਆ, ਬਾਬਾ ਦੀਪ ਸਿੰਘ ਆਦਿ 48 ਸਿੰਘ ਪੜ੍ਹੇ, ਬੁੱਢੇ ਬੈਲ ਪੜ ਜਾਵੇ ਪਰ ਇਹੋ ਗਾਇਆ। ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਆਪ ਗੁਰਬਾਣੀ ਦੀ ਕਥਾ ਕਰਿਆ ਕਰਦੇ, ਆਪਣੇ ਮੁਬਾਰਕ ਸੁੰਦਰ ਗਲੇ ਤੋਂ ਉਸ ਵੇਲੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਅੰਦਰ ਗੁਰੂ ਦੀਆਂ ਸੰਗਤਾਂ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਕੋਲੋਂ ਕਥਾ ਸੁਣਿਆ ਕਰਦੀਆਂ, ਜਿਨ੍ਹਾਂ ਦੇ ਵਿੱਚੋਂ 48 ਸਿੰਘ ਵਿਸ਼ੇਸ਼ ਰੂਪ ਦੇ ਅੰਦਰ ਉਹਨਾਂ ਨੇ ਗੁਰੂ ਕੀ ਪਾਵਨ ਗੁਰਬਾਣੀ ਦੇ ਅਰਥ ਗੁਰੂ ਕਲਗੀਧਰ ਮਹਾਰਾਜ ਜੀ ਦੀ ਰਚਨਾ ਤੋਂ ਪੜ੍ਹੇ ਔਰ ਬਿਨਾਂ ਨਾਗੇ ਤੋਂ ਸੁਣੇ। ਭਾਵੇਂ ਕੋਈ ਮੀਂਹ ਆਵੇ, ਕਣੀ ਆਵੇ, ਕੋਈ ਦਿਨ ਨਹੀਂ ਉਹਨਾਂ ਗੁਰੂ ਕੇ ਸਿੱਖਾਂ ਨੇ ਛੱਡਿਆ।
ਸਤਿਗੁਰੂ ਕਲਗੀਧਰ ਮਹਾਰਾਜ ਜੀ ਤੋਂ ਕਥਾ ਸੁਣਦੇ ਰਹੇ। ਇਸੇ ਤਰ੍ਹਾਂ 1762 ਵਿਕਰਮੀ ਦੇ ਵਿੱਚ ਹਜ਼ੂਰ ਪਾਤਸ਼ਾਹ ਜੀ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਤਕਰੀਬਨ 9 ਮਹੀਨੇ 9 ਘੜੀਆਂ 9 ਪਲ ਇਤਿਹਾਸ ਇਹ ਸਮਾਂ ਇਤਿਹਾਸ ਦੱਸਦਾ ਹੈ ਕਿ 9 ਮਹੀਨਿਆਂ ਤੱਕ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਇਹ ਸਾਧ ਸੰਗਤ ਦੀ ਲਿਖੀ ਗਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਸ ਵੇਲੇ ਸੰਪੂਰਨ ਹੋਈ ਉਸ ਵੇਲੇ ਹਜ਼ੂਰ ਨੇ ਗੁਰਸਿੱਖਾਂ ਦੇ ਨਾਲ ਇਹ ਵਿਚਾਰ ਵਟਾਂਦਰਾ ਕੀਤਾ ਕਿ ਭਾਈ ਗੁਰਬਾਣੀ ਲਿਖੀ ਗਈ ਹੈ ਤੇ ਹੁਣ ਇਹ ਗੁਰਬਾਣੀ ਸੰਪੂਰਨ ਗੁਰਬਾਣੀ ਦਾ ਅਖੰਡ ਪਾਠ ਕੀਤਾ ਜਾਵੇ। ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ ਨੂੰ ਹਜ਼ੂਰ ਨੇ ਨਾਲ ਇਹ ਕਾਸ਼ੀ ਹੋਣ ਦੇ ਵੀ ਵਰਦਾਨ ਦਿੱਤੇ ਕਿ ਭਾਵੇਂ ਹਿੰਦੂ ਮਤ ਦੇ ਵਿੱਚ ਬਨਾਰਸ ਨੂੰ ਕਾਸ਼ੀ ਕਹਿੰਦੇ ਹੈ, ਉੱਥੇ ਬੜੇ ਬੜੇ ਤਕੜੇ ਆਲਮ ਫਾਜ਼ਿਲ ਵਿਦਵਾਨ ਹਨ। ਹਜ਼ੂਰ ਕਹਿੰਦੇ ਮੇਰੇ ਖਾਲਸੇ ਦੇ ਵਿੱਚ ਇਹ ਗੁਰੂ ਕੀ ਕਾਸ਼ੀ ਹੀ ਇਹ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਹੋਵੇਗੀ। ਜਹ ਹੈ ਪ੍ਰਗਟ ਹਮਾਰੀ ਕਾਂਸ਼ੀ ਪੜ ਹੈ ਇਹਾਂ ਢੋਰ ਮਤ ਰਾਸੀ ਲੇਖਕ ਗੁਣੀ ਕਵਿੰਦ ਗਿਆਨੀ ਬੁੱਧ ਸਿੰਧ ਹੈ ਹੋਇ ਧਿਆਨੀ। ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਅੱਜ ਉੱਥੇ ਲਿਖਣਸਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਆਪ ਜੀ ਜਾਂਦੇ ਹੋ, ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਤੇ ਹਜ਼ੂਰ ਨੇ ਉੱਥੇ ਕਲਮਾਂ ਜਿਹੜੀਆਂ ਸਨ ਗੁਰਬਾਣੀ ਜਿਸ ਦੇ ਦੁਆਰਾ ਲਿਖੀ ਗਈ ਹਜ਼ੂਰ ਨੇ ਉੱਥੇ ਤਲਾਬ ਦੇ ਵਿੱਚ ਉਹ ਜਲ ਪ੍ਰਵਾਹ ਕੀਤੀਆਂ ਤੇ ਨਾਲ ਹਜ਼ੂਰ ਜੀ ਬਚਨ ਕਹੀ ਜਾਂਦੇ ਤਿਨ ਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮਡਾਰ ਸਿੱਖ ਸਖਾਇਤ ਪੜ੍ਹੇਂਗੇ ਹਮਰੇ ਕਈ ਹਜ਼ਾਰ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਕੁਝ ਖਾਲਸੇ ਨੂੰ ਸਾਧ ਸੰਗਤ ਦੀ ਬਖਸ਼ਿਸ਼ ਕਰ ਦਿੱਤਾ। ਹਜ਼ੂਰ ਚਾਹੁੰਦੇ ਨੇ ਕਿ ਮੇਰਾ ਖਾਲਸਾ ਵਿਦਿਆ ਦੇ ਵਿੱਚ ਨਿਪੁੰਨ ਹੋਵੇ। ਸਭ ਕੁਝ ਮੈਂ ਆਪਣੇ ਆਪ ਸਰੀਰ ਦੇ ਉੱਪਰ ਆਪਣਾ ਸਾਰਾ ਵੰਸ਼ ਕੁਰਬਾਨ ਕਰ ਦਿੱਤਾ ਗੁਰੂ ਖਾਲਸੇ ਪੰਥ ਦੇ ਉੱਪਰੋਂ। ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇਰਾ। ਇਹ ਸਤਿਗੁਰੂ ਮਹਾਰਾਜ ਜੀ ਦਾ ਪਿਆਰ ਹੈ ਗੁਰੂ ਕੀ ਸੰਗਤ ਦੇ ਨਾਲ ਔਰ ਖਾਲਸੇ ਦੇ ਨਾਲ। ਐਸੀਆਂ ਬੇਅੰਤ ਹਜ਼ੂਰ ਨੇ ਬਖਸ਼ਿਸ਼ਾਂ ਕੀਤੀਆਂ ਗੁਰੂ ਖਾਲਸੇ ਨੂੰ। ਹਜ਼ੂਰ ਨੇ ਉਸ ਵੇਲੇ ਫਿਰ 25 ਸਿੰਘ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕੀਤਾ। ਜਿਹੜਾ ਅਖੰਡ ਪਾਠ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪ ਕਰਵਾਇਆ ਸੰਗਤ ਜੀ, ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਂਕੜਾ ਮਾਰ ਕੇ ਆਪ ਸਾਰੀ ਸੁਣੀ। ਤੇ ਜਿਸ ਵੇਲੇ ਹਜ਼ੂਰ ਨੇ ਇਹ ਸਮਾਪਤੀ ਕੀਤੀ, ਸਮਾਪਤੀ ਤੋਂ ਬਾਅਦ ਜਿਹੜਾ ਹੁਕਮਨਾਮਾ ਆਇਆ ਉਹ ਇਤਿਹਾਸ ਦੱਸਦਾ ਹੈ। ਟੋਡੀ ਮਹੱਲਾ 5ਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਉਸ ਵੇਲੇ ਇਹ ਮੁੱਖ ਵਾਕ ਹੁਕਮਨਾਮਾ ਅਖੰਡ ਪਾਠ ਦੀ ਸਮਾਪਤੀ ਤੇ ਆਇਆ। ਉਸ ਵੇਲੇ ਸਾਧ ਸੰਗਤ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਾਣੀ ਸੀ ਉਹ ਕਰਤਾਰਪੁਰ ਵਾਲੇ ਸਰੂਪ ਦੇ ਵਿੱਚ ਤਾਂ ਹੈ ਨਹੀਂ, ਕਿਉਂਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਭ ਤੋਂ ਬਾਅਦ ਵਿੱਚ ਜਿਹੜੀ ਇਹ ਗੁਰਬਾਣੀ ਦੀ ਲਿਖਤ ਹੈ ਇਹ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਗੁਰਬਾਣੀ ਜਿਹੜੀ ਹੈ 116 ਸ਼ਬਦ ਜੋ 15 ਰਾਗਾਂ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੋਈ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਅਤੇ ਇਹ 9ਵੇਂ ਪਾਤਸ਼ਾਹ ਜੀ ਦੇ ਜੋ ਭੋਗ ਦੇ ਸ਼ਲੋਕ ਹਨ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਸ ਸਰੂਪ ਦੇ ਵਿੱਚ ਅੰਕਿਤ ਕੀਤੇ। ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਦੇ ਰਾਹੀਂ ਇਹ ਲਿਖਵਾਏ। ਇਸੇ ਤਰ੍ਹਾਂ ਨਾਲ ਹਜ਼ੂਰ ਪਾਤਸ਼ਾਹ ਜੀ ਨੇ ਇਹ ਜਿਸ ਥਾਂ ਤੇ ਯੋਗਤਾ ਬਣਦੀ ਸੀ ਹਜ਼ੂਰ ਨੇ ਉਸ ਥਾਂ ਦੇ ਵਿੱਚ ਇਹ ਗੁਰਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਖਰੋ ਵੱਖਰੇ ਰਾਗਾਂ ਦੇ ਵਿੱਚ ਜਿਨ੍ਹਾਂ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੋਈ ਸੀ। ਗੁਰੂ ਕਲਗੀਧਰ ਮਹਾਰਾਜ ਜੀ ਦਾ ਜੀਵਨ ਸੰਗਤ ਜੀ ਸਾਰਿਆਂ ਪੱਖਾਂ ਦੇ ਵਿੱਚੋਂ ਮੁਕੰਮਲ ਹੈ।
ਜੇ ਰਾਗ ਵਿਦਿਆ ਦੇ ਵਿੱਚ ਦੇਖੀਏ ਤੇ ਵਿਦਵਾਨ ਦੱਸਦੇ ਨੇ ਕਿ 300 ਤੋਂ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਸਰੰਦੇ ਦੇ ਨਾਲ ਕੀਰਤਨ ਕੀਤਾ, ਗੁਰੂ ਕਲਗੀਧਰ ਮਹਾਰਾਜ ਜੀ ਨੇ। ਇਸੇ ਤਰ੍ਹਾਂ ਕਦੇ ਤਲਵਾਰ ਦੇ ਧਨੀ ਹਨ, ਕਦੇ ਕਲਮ ਦੇ ਧਨੀ ਹਨ, ਕਦੇ ਰਾਗ ਵਿਦਿਆ ਦੇ ਵਿੱਚ ਨਿਪੁੰਨ ਹਨ। ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦਾ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਅਰਬੀ ਫਾਰਸੀ ਦੇ ਵਿੱਚ ਜਦੋਂ ਦਸਮ ਗੁਰਬਾਣੀ ਪੜ੍ਹਦੇ ਹਾਂ ਤਾਂ ਬਹੁਤ ਵੱਡਾ ਖਜ਼ਾਨਾ, ਵੱਡੇ ਵੱਡੇ ਜਿਹੜੇ ਵਿਦਵਾਨ ਹਨ ਉਹ ਦੰਗ ਰਹਿ ਜਾਂਦੇ ਨੇ, ਅਚਰਜ ਰਹਿ ਜਾਂਦੇ ਨੇ। ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰਿਆਂ ਰਾਗਾਂ ਦੇ ਵਿੱਚ ਜਿਹੜੇ ਜਿਹੜੇ ਰਾਗਾਂ ਵਿੱਚ ਹਜ਼ੂਰ ਨੇ ਬਾਣੀ ਉਚਾਰਨ ਕੀਤੀ ਸੀ, ਉਹਨਾਂ ਰਾਗਾਂ ਦੇ ਵਿੱਚ ਸਤਿਗੁਰੂ ਜੀ ਨੇ ਬਾਣੀ ਅੰਕਿਤ ਕੀਤੀ। ਜਾਇਜਾ ਬੰਕੀ ਰਾਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕੋ ਇੱਕ ਗੁਰੂ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਉਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਕਰੀਬਨ 1350 ਅੰਗ ਦੇ ਉੱਪਰ 50-52 ਅੰਗ ਦੇ ਉੱਪਰ ਹਜ਼ੂਰ ਨੇ ਦਰਜ ਕੀਤਾ ਹੈ। ਅਤੇ ਭੋਗ ਦੇ ਸ਼ਲੋਕ ਜਿਹੜੇ ਹਨ ਇਹ ਵੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਉਸ ਵੇਲੇ ਫਿਰ ਇਹ ਸਰੂਪ ਸੰਪੂਰਨ ਕੀਤਾ ਤੇ ਨਾਲ ਨਾਲ ਹਜ਼ੂਰ ਨੇ ਇਸ ਸਰੂਪ ਨੂੰ ਦਮਦਮੀ ਬੀੜ ਕਰਕੇ ਆਖਿਆ ਜਾਂਦਾ ਹੈ, ਕਿਉਂਕਿ ਇਹ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸਰੂਪ ਲਿਖਿਆ ਗਿਆ ਸੀ। ਆਪਾਂ ਜਿਹੜੇ ਦਰਸ਼ਨ ਕਰਦੇ ਹਾਂ ਇਹਨੂੰ ਦਮਦਮੀ ਬੀੜ ਆਖਿਆ ਜਾਂਦਾ ਹੈ। ਇਸੇ ਹੀ ਸਰੂਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਹਜ਼ੂਰ ਸਾਹਿਬ ਜਾ ਕੇ 1765 ਬਿਕਰਮੀ ਦੇ ਵਿੱਚ ਤੇ ਹਜ਼ੂਰ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਸੀ। ਉਹੀ ਸਰੂਪ ਫਿਰ ਭਾਈ ਮਨੀ ਸਿੰਘ ਜੀ ਨੂੰ ਦੇ ਕੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਭੇਜਿਆ ਸੀ ਕਿ ਤੁਸੀਂ ਹਰਿਮੰਦਰ ਸਾਹਿਬ ਜੀ ਦੀ ਜਾ ਕਰਕੇ ਸੇਵਾ ਸੰਭਾਲ ਕਰੋ ਔਰ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੇ ਰੂਪ ਦੇ ਵਿੱਚ ਸੇਵਾ ਸੰਭਾਲੋ। ਇਸ ਤਰ੍ਹਾਂ ਦੇ ਨਾਲ ਹਜ਼ੂਰ ਨੇ ਇਹ ਬੇਅੰਤ ਬਖਸ਼ਿਸ਼ਾਂ ਕੀਤੀਆਂ। ਦਮਦਮਾ ਸਾਹਿਬ ਜੀ ਦੀ ਧਰਤੀ ਤੇ ਹਜ਼ੂਰ ਨੇ ਜਿੱਥੇ ਗੁਰਬਾਣੀ ਦੇ ਅਰਥ ਪੜ੍ਹਾਏ ਤੇ ਨਾਲ ਨਾਲ ਹਜ਼ੂਰ ਨੇ ਫਿਰ ਅੱਗੇ ਗੁਰਬਾਣੀ ਪੜ੍ਹਨ ਪੜ੍ਹਾਉਣ ਦੀ ਗੁਰਸਿੱਖਾਂ ਦੇ ਵਿੱਚ ਪਰੰਪਰਾ ਚਲਾਈ। ਕਹਿੰਦੇ ਭਾਈ ਅੱਗੇ ਤੋਂ ਅੱਗੇ ਗੁਰਬਾਣੀ ਦੇ ਅਰਥ ਤੁਸੀਂ ਜਿਹੜੇ ਪੜ੍ਹੇ ਹਨ ਤੇ ਗੁਰਸੰਗਤਾਂ ਦੇ ਵਿੱਚ ਪੜ੍ਹਾਓ। ਇਸੇ ਤਰ੍ਹਾਂ ਉਹ ਸੀਨੇ ਵਸੀਨੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਸਮੇਂ ਤੋਂ ਜਿਹੜੀ ਟਕਸਾਲ ਹੈ ਸੰਗਤ ਦੀ ਉਹ ਚਲੀ ਆਉਂਦੀ ਹੈ। ਉਸ ਦੇ ਅੰਦਰ ਗੁਰੂ ਕੀ ਪਾਵਨ ਗੁਰਬਾਣੀ ਦੇ ਅਰਥ ਆਪ ਪੜ੍ਹਦੇ ਹਨ ਤੇ ਪੜ੍ਹਾਉਂਦੇ ਹਨ। ਇਸ ਤਰ੍ਹਾਂ ਸਾਹਿਬ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਬੀੜ ਦੀ ਸੰਪੂਰਨਤਾ ਕੀਤੀ ਹੈ। ਅੱਜ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ। ਕਾਫੀ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਆਰੰਭ ਕੀਤੀ ਹੋਈ ਸੀ। ਸਾਧ ਸੰਗਤ ਜੀ ਹੌਲੀ ਹੌਲੀ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਇਸ ਵੇਲੇ ਸੰਪੂਰਨਤਾ ਤੇ ਪਹੁੰਚੀ ਹੋਈ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜੋ ਭੋਗ ਦੇ ਸ਼ਲੋਕ ਹਨ ਇਹ ਦਿੱਲੀ ਵਿਖੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਚਾਰਨ ਕੀਤੇ। ਜਿਸ ਵੇਲੇ ਔਰੰਗਜ਼ੇਬ ਨੇ ਬਹੁਤ ਵੱਡੇ ਵੱਡੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਨੰਦਪੁਰ ਸਾਹਿਬ ਹਜ਼ੂਰ ਨੇ ਵਸਾਇਆ। ਇੱਥੇ ਆਪ ਦੀ ਸੁਭਾਏਮਾਨ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਤਾਂ ਉਸ ਵੇਲੇ ਔਰੰਗਜ਼ੇਬ ਨੇ ਕਸ਼ਮੀਰ ਦੇ ਇਲਾਕੇ ਵੱਲ ਹੋਰ ਜਿੱਥੇ ਜਿੱਥੇ ਵੀ ਇਲਾਕੇ ਵਿੱਚ ਮੁਸਲਮਾਨ ਕੋਈ ਜ਼ਬਰਦਸਤੀ ਬਣਾਏ ਜਾ ਰਹੇ ਸਨ, ਕੋਈ ਵੱਡੇ ਵੱਡੇ ਵਿਦਵਾਨ ਹਿੰਦੂ, ਉਹ ਚਾਹੁੰਦਾ ਸੀ ਕਿ ਕੋਈ ਬਹੁਤੀ ਵਿਦਿਆ ਪੜ੍ਹਿਆ ਹੋਇਆ ਹਿੰਦੂ ਨਹੀਂ ਚਾਹੀਦਾ ਤੇ ਜਦੋਂ ਮੁਸਲਮਾਨ ਵਿਦਵਾਨ ਹੋਣਗੇ ਤੇ ਅੱਗੇ ਇਹ ਸਾਡੇ ਧਰਮ ਦਾ ਪ੍ਰਚਾਰ ਹੁੰਦਾ ਰਹੇਗਾ। ਜਿਸ ਵੇਲੇ ਬਹੁਤ ਵੱਡੇ ਵੱਡੇ ਅਤਿਆਚਾਰ ਤੇ ਜ਼ੁਲਮ ਕੀਤੇ, ਇੱਕ ਇੱਕ ਦਿਨ ਦੇ ਵਿੱਚ ਇਤਿਹਾਸ ਦੱਸਦਾ ਹੈ ਕਿ ਸਵਾ ਮਣ ਜੰਨੂ ਔਰੰਗਜ਼ੇਬ ਲਾ ਦਿੰਦਾ ਸੀ ਤੇ ਜਿਸ ਦਾ ਜਿਹੜਾ ਤੋਲ ਹੈ ਸਵਾ ਮਣ ਜੰਨੂਆਂ ਦਾ, ਵਿਦਵਾਨਾਂ ਨੇ ਗਿਣਤੀ ਕੀਤੀ 3600 ਉਸ ਵੇਲੇ ਜੰਨੂ ਬਣਦਾ ਹੈ। 3600 ਜੰਨੂ ਦਾ ਸਵਾ ਮਣ ਤੋਲ ਬਣਦਾ ਹੈ ਤੇ 3600 ਕਹਿਣ ਤੋਂ ਭਾਵ ਵੀ ਇੱਕ ਇੱਕ ਦਿਨ ਦੇ ਵਿੱਚ ਮੌਤ ਦੇ ਘਾਟ ਬ੍ਰਾਹਮਣਾਂ ਹਿੰਦੂਆਂ ਨੂੰ ਮਾਰ ਕੇ
ਉਹ ਆਪਣੇ ਜਾਤਾ ਮਾਰ ਕੇ ਤੇ ਜਾਂ ਫਿਰ ਆਪਣੇ ਧਰਮ ਦੇ ਵਿੱਚ ਉਹਨਾਂ ਨੂੰ ਲੈ ਆਉਂਦਾ ਸੀ, ਉਹਨਾਂ ਦੇ ਜੰਝੂ ਲਾਹੇ ਜਾਂਦੇ ਸਨ। ਇਹ ਸਾਰੇ ਜਿਹੜੇ ਦੁਖੀ ਬ੍ਰਾਹਮਣ ਸਨ ਅਨੰਦਪੁਰ ਦੇ ਵਿੱਚ ਆਏ, ਆਪ ਜੀ ਸਾਰਾ ਪ੍ਰਸੰਗ ਇਹ ਜਾਣਦੇ ਹੋ, ਜਿਸ ਦੀ ਬਾਬਤ ਇਤਿਹਾਸ ਦੇ ਵਿੱਚ ਇਹ ਵਚਨ ਲਿਖੇ ਨੇ, ਵਿਪਰ ਦੁਖੀ ਚਲ ਆਏ ਪੁਰੀ ਆਨੰਦ, ਬਾਂਹ ਸਾਡੀ ਪਕੜੀ ਹੈ ਗੁਰੂ ਹਰਗੋਬਿੰਦ ਕੇ ਨੰਦ। ਕਹਿਣ ਲੱਗੇ, हे ਸਤਿਗੁਰੂ ਤੇਗ ਬਹਾਦਰ, ਹੁਣ ਇੱਕੋ ਇੱਕ ਤੁਹਾਡਾ ਆਸਰਾ ਹੈ, ਤੁਸੀਂ ਸਾਡੇ ਤੇ ਕਿਰਪਾ ਕਰੋ। ਜੇ ਦੁਨੀਆ ਵਿੱਚ ਸਾਡਾ ਧਰਮ ਕੋਈ ਬਚਾ ਸਕਦਾ ਤੇ ਤੁਸੀਂ ਬਚਾ ਸਕਦੇ ਹੋ। ਉਸ ਵੇਲੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪ੍ਰਭਾਸ ਦਿੱਤਾ ਤੇ ਉਸ ਵੇਲੇ ਸ੍ਰੀ ਗੋਬਿੰਦ ਰਾਏ ਜੀ ਦੀ 9 ਸਾਲ ਦੀ ਇਤਿਹਾਸ ਉਮਰ ਦੱਸਦਾ ਹੈ ਤੇ ਹਜ਼ੂਰ ਨੇ ਉਹਨਾਂ ਨੂੰ ਜਾ ਕੇ ਕਹਿ ਦਿੱਤਾ ਕਿ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ, ਸਾਡੇ ਆਗੂ ਗੁਰੂ ਤੇਗ ਬਹਾਦਰ ਸਾਹਿਬ ਹਨ ਤੇ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਧਰਮ ਦੇ ਵਿੱਚ ਲਿਆ ਸਕਦੇ ਹੋ ਜਾਂ ਲੈ ਆਏ ਤੇ ਅਸੀਂ ਆਪਣੇ ਆਪ ਹੀ ਆ ਜਾਵਾਂਗੇ। ਤੇ ਹਜ਼ੂਰ ਨੇ ਕਿਹਾ, ਐਵੇਂ ਕਾਹਨੂੰ ਇਤਨਾ ਵੱਡਾ ਕੋਈ ਜ਼ੁਲਮ ਔਰੰਗਜ਼ੇਬ ਬਾਦਸ਼ਾਹ ਇਹਨਾਂ ਦੇ ਧਰਮ ਤੇ ਕਰੀ ਜਾ ਰਿਹਾ। ਤਾਂ ਉਸ ਵੇਲੇ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਔਰੰਗਜ਼ੇਬ ਦੇ ਵੱਲ ਨੂੰ, ਦਿੱਲੀ ਵੱਲ ਨੂੰ ਤੁਰੇ ਸਨ। ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਕਦੇ ਐਸਾ ਨਹੀਂ ਮਿਲਿਆ ਕਿ ਕਿਤੇ ਜਿਹੜਾ ਕੋਈ ਕਤਲ ਕਰਨ ਵਾਲਾ ਹੈ ਉਸ ਦੇ ਵੱਲ ਕੋਈ ਆਪ ਚੱਲ ਕੇ ਜਾਵੇ। ਇਸੇ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਲਾਕਿਆਂ ਵਿੱਚੋਂ ਸੰਗਤਾਂ ਨੂੰ ਉਪਦੇਸ਼ ਦਿੰਦੇ ਤਾਰਦੇ ਹੋਏ ਹਜ਼ੂਰ ਆਗਰੇ ਪਹੁੰਚੇ ਸਨ। ਆਗਰੇ ਤੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਗ੍ਰਿਫਤਾਰੀ ਕਰਵਾਈ। ਉਹਦੇ ਮਨ ਦੇ ਵਿੱਚ ਇੱਛਾ ਸੀ ਕੋਤਵਾਲ ਦੇ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਨਾਮ ਰੱਖਿਆ ਹੋਇਆ ਸੀ ਔਰੰਗਜ਼ੇਬ ਨੇ ਕਿ ਜਿਹੜਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਕੜ ਕੇ ਲੈ ਕੇ ਆਏਗਾ ਉਹਨੂੰ ਮੈਂ ਇਨਾਮ ਦੇਵਾਂਗਾ। ਤਾਂ ਉਸ ਵੇਲੇ ਉਹ ਕੋਤਵਾਲ ਦੇ ਮਨ ਦੇ ਵਿੱਚ ਸੀ ਕਿ ਮੈਂ ਸਤਿਗੁਰੂ ਜੀ ਨੂੰ ਪਕੜਾਵਾਂ। ਉਹਦੇ ਘਰ ਦੇ ਵਿੱਚ ਇੱਕ ਨੌਜਵਾਨ ਧੀ ਦਾ ਰਿਸ਼ਤਾ ਕਰਨ ਵਾਲਾ ਸੀ, ਕਹਿੰਦਾ ਰਿਸ਼ਤਾ ਹੋ ਜਾਏਗਾ ਤੇ ਔਰ ਜਿਹੜਾ ਦੱਸ ਪਾਊ ਉਸ ਨੂੰ ਵੀ ਕਾਫੀ ਮਾਇਆ ਦੇਣ ਦਾ ਔਰੰਗਜ਼ੇਬ ਨੇ ਹੁਕਮ ਕੀਤਾ ਹੋਇਆ ਸੀ। ਤੇ ਹਜ਼ੂਰ ਪਾਤਸ਼ਾਹ ਜੀ ਨੇ ਸਾਰਿਆਂ ਦੀਆਂ ਐਸੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਿਆਂ ਉਸ ਵੇਲੇ ਹਜ਼ੂਰ ਨੇ ਆਪਣੇ ਆਪ ਨੂੰ ਇੱਕ ਅਯਾਲੀ ਦਾ ਬਹਾਨਾ ਬਣਾ ਕਰਕੇ ਹਜ਼ੂਰ ਨੇ ਗ੍ਰਿਫਤਾਰ ਕਰਵਾਇਆ। 500 ਸ਼ਸਤਰਧਾਰੀ ਸੂਰਬੀਰ ਉਹਨਾਂ ਦੇ ਪਹਿਰੇ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ 5 ਸਿੱਖ ਸਨ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਊਤਾ ਜੀ, ਭਾਈ ਸਾਹਿਬ ਚੰਦ ਜੀ। ਇਹਨਾਂ 5 ਗੁਰਸਿੱਖਾਂ ਦੇ ਸਮੇਤ ਸਤਿਗੁਰੂ ਮਹਾਰਾਜ ਜੀ ਨੂੰ ਦਿੱਲੀ ਵਿਖੇ ਲੈ ਕੇ ਗਏ। ਹਜ਼ੂਰ ਨੂੰ ਸਭ ਤੋਂ ਪਹਿਲਾਂ ਜਿਹਨੂੰ ਭੂਤਾਂ ਵਾਲੀ ਹਵੇਲੀ ਆਖਦੇ ਸਨ, ਉਸ ਦੇ ਵਿੱਚ ਜਿਸ ਹਵੇਲੀ ਦੇ ਅੰਦਰ ਕੋਈ ਜਾ ਨਹੀਂ ਸੀ ਸਕਦਾ ਤੇ ਕੋਈ ਬੰਦਾ ਜੇ ਚਲਿਆ ਵੀ ਜਾਵੇ ਤੇ ਜਿਉਂਦਾ ਨਹੀਂ ਸੀ ਰਹਿ ਸਕਦਾ, ਉੱਥੇ ਇਹੋ ਜਿਹੀਆਂ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਸਨ ਤੇ ਮਨੁੱਖ ਦਾ ਨੁਕਸਾਨ ਹੁੰਦਾ ਸੀ। ਇਸ ਤਰ੍ਹਾਂ ਦੇ ਨਾਲ ਉੱਥੇ ਹਜ਼ੂਰ ਪਾਤਸ਼ਾਹ ਜੀ ਨੇ ਜਿਹਨੂੰ ਜਿਸ ਵੇਲੇ ਕੈਦ ਕਰ ਦਿੱਤਾ ਗਿਆ, ਫਿਰ ਲੋਹੇ ਦੇ ਪਿੰਜਰੇ ਵਿੱਚ ਪਾਇਆ। ਹਜ਼ੂਰ ਫਿਰ ਵੀ ਗੁਰਸਿੱਖਾਂ ਦੀ ਭਾਵਨਾ ਮੁਤਾਬਕ ਸੰਗਤਾਂ ਦੇ ਘਰਾਂ ਦੇ ਅੰਦਰ ਭੋਜਨ ਪਾਣੀ ਛਕਦੇ ਰਹੇ। ਇਸ ਤਰ੍ਹਾਂ ਦੇ ਨਾਲ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਜਿਹੜੇ ਸਿੱਖ ਸਨ ਉਹਨਾਂ ਦੇ ਉੱਪਰ ਵੀ ਕਈ ਤਰ੍ਹਾਂ ਦੇ ਕਸ਼ਟ ਦੇਣੇ ਸ਼ੁਰੂ ਕੀਤੇ। ਚਾਹੁੰਦੇ ਸਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ 3 ਸ਼ਰਤਾਂ ਔਰੰਗਜ਼ੇਬ ਨੇ ਰੱਖੀਆਂ ਸੀ ਕਿ ਜਾਂ ਤਾਂ ਤੁਸੀਂ ਪਹਿਲੀ ਗੱਲ ਹੈ ਮੁਸਲਮਾਨ ਬਣ ਜਾਓ, ਦੂਜੀ ਗੱਲ ਹੈ ਕੋਈ ਕਰਾਮਾਤ ਦਿਖਾਓ, ਤੀਜੀ ਗੱਲ ਹੈ ਜੇ ਤੁਸੀਂ ਕਰਾਮਾਤ ਵੀ ਨਹੀਂ ਦਿਖਾਉਣੀ, ਮੁਸਲਮਾਨ ਨਹੀਂ ਬਣਨਾ ਤਾਂ ਫਿਰ ਤੁਸੀਂ ਆਪਣਾ ਸਿਰ ਕਲਮ ਕਰਵਾਓ। ਤਾਂ ਉਸ ਵੇਲੇ ਸਤਿਗੁਰੂ ਜੀ ਨੇ ਇਹ ਤੀਜੀ ਗੱਲ ਜਿਹੜੀ ਸੀ ਔਰੰਗਜ਼ੇਬ ਦੀ ਪ੍ਰਵਾਨ ਕੀਤੀ। ਹਜ਼ੂਰ ਕਹਿੰਦੇ ਧਰਮ ਆਪੋ ਆਪਣਾ ਸਾਰਿਆਂ ਨੂੰ ਪਿਆਰਾ ਹੁੰਦਾ। ਔਰੰਗਜ਼ੇਬ ਜੇ ਤੂੰ ਇੰਨੇ ਜ਼ੁਲਮ ਕਰਦਾ ਮੁਸਲਮਾਨ ਬਣਾਉਣ ਵਾਸਤੇ ਤੇ ਜੇ ਪਰਮਾਤਮਾ ਨੂੰ ਨਾ ਪਾਉਂਦਾ ਹਿੰਦੂਆਂ ਦੇ ਘਰਾਂ ਦੇ ਅੰਦਰ ਕਿਸੇ ਬੱਚਿਆਂ ਦੇ ਜਨਮ ਹੀ ਨਾ ਹੁੰਦੇ। ਕਹਿੰਦੇ ਪਰਮਾਤਮਾ ਨੂੰ ਚਾਹੁੰਦਾ ਵੀ ਮੈਂ ਹਿੰਦੂ ਅਤੇ ਮੁਸਲਮਾਨ ਇਹ 2 ਵੱਡੇ ਫਿਰਕੇ ਨੇ, ਇਹ 2 ਵੱਡੇ ਧਰਮ ਨੇ, ਮੈਂ ਇਹਨਾਂ ਨੂੰ ਇੱਕ ਕਰਨਾ ਚਾਹੁੰਦਾ।
ਹਜ਼ੂਰ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਕੀ ਰਜਾ ਹੈ, ਕੀ ਪਤਾ ਉਹ 2 ਤੋਂ 3 ਕਰ ਦੇਵੇ। ਇਸ ਤਰ੍ਹਾਂ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 3 ਤੋਂ ਭਾਵ ਸੀ ਖਾਲਸੇ ਦਾ, ਕਿ ਕਿਉਂਕਿ ਗੁਰੂ ਕਲਗੀਧਰ ਮਹਾਰਾਜ ਜੀ ਨੇ ਫਿਰ ਖਾਲਸੇ ਪੰਥ ਦੀ ਸਿਰਜਣਾ ਕੀਤੀ। ਇਸ ਤਰ੍ਹਾਂ ਦੇ ਨਾਲ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਸਵਾਲ ਜਵਾਬ ਹੋਏ ਤੇ ਉਸ ਵੇਲੇ ਸਤਿਗੁਰੂ ਜੀ ਦੇ ਸਾਹਮਣੇ ਸਭ ਤੋਂ ਪਹਿਲੇ ਫਿਰ ਸਿੱਖਾਂ ਨੂੰ ਸ਼ਹੀਦ ਕਰਨਾ ਸ਼ੁਰੂ ਕੀਤਾ। ਦਿੱਲੀ ਵਿਖੇ ਜਿੱਥੇ ਅੱਜ ਚਾਂਦਨੀ ਚੌਂਕ ਹੈ, ਉਸ ਦੇ ਵਿੱਚ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਤੇ ਉਹਨਾਂ ਨੂੰ ਉਸ ਵੇਲੇ ਖਵਾਸ ਪੁੱਛੀ ਗਈ ਭਾਈ ਮਤੀ ਦਾਸ ਜੀ ਨੂੰ, ਤੇ ਭਾਈ ਮਤੀ ਦਾਸ ਜੀ ਕਹਿੰਦੇ ਮੈਂ ਤਾਂ ਚਾਹੁੰਦਾ ਵੀ ਮੇਰੇ ਸਰੀਰ ਦੇ ਅੰਤ ਦੇ ਸਮੇਂ ਤੱਕ ਮੈਂ ਗੁਰੂ ਦੇ ਦਰਸ਼ਨ ਕਰਾਂ। ਉਹ ਚਾਹੁੰਦੇ ਸਨ ਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਜਦੋਂ ਅਸੀਂ ਸਿੱਖਾਂ ਨੂੰ ਚੀਰਿਆ ਤੇ ਸਿੱਖਾਂ ਨੂੰ ਸਜ਼ਾਵਾਂ ਦਿੱਤੀਆਂ, ਹੋ ਸਕਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡਾ ਧਰਮ ਕਬੂਲ ਕਰ ਲੈਣ। ਪਰ ਉਸ ਵੇਲੇ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ। ਜਲਾਦ ਨੇ ਆਰਾ ਰੱਖਿਆ ਤੇ ਉਸ ਵੇਲੇ ਆਰੇ ਦੇ ਨਾਲ ਭਾਈ ਮਤੀ ਦਾਸ ਜੀ ਚੀਰੇ ਗਏ ਪੰਜ ਪ੍ਰਵਾਨ ਪੰਜ ਪ੍ਰਧਾਨ ਤੱਕ। ਤਾਂ ਉਸ ਵੇਲੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਵਿੱਚੋਂ ਵੀ ਸੰਗਤ ਦੀ ਨਾਮ ਦੀਆਂ ਬਾਣੀ ਦੀਆਂ ਧੁਨਾਂ ਆਉਂਦੀਆਂ ਰਹੀਆਂ ਜਪਜੀ ਸਾਹਿਬ ਜੀ ਦੀ। ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਉੱਤੇ ਤੇਲ ਛਿੜਕ ਕੇ ਭਾਈ ਮਤੀ ਦਾਸ ਜੀ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਅੱਗ ਲਗਾਈ ਤੇ ਉਸ ਵੇਲੇ ਭਾਈ ਮਤੀ ਦਾਸ ਜੀ ਉਸ ਅੱਗ ਦੇ ਵਿੱਚ ਝੁਲਸ ਕੇ ਆਪਣਾ ਸਰੀਰ ਭਾਈ ਮਤੀ ਦਾਸ ਜੀ ਨੇ ਤਿਆਗ ਦਿੱਤਾ। ਇਸੇ ਤਰ੍ਹਾਂ ਭਾਈ ਦਿਆਲਾ ਜੀ ਨੂੰ ਇੱਕ ਬਹੁਤ ਵੱਡੀ ਪਾਣੀ ਦੀ ਦੇਗ ਬਣਾਈ ਗਈ, ਦੇਗ ਦੇ ਵਿੱਚ ਬਿਠਾ ਦਿੱਤਾ, ਉੱਪਰੋਂ ਢੱਕਣ ਲਾਤਾ, ਬੰਦ ਕਰ ਦਿੱਤਾ, ਅੱਗ ਮਚਾ ਦਿੱਤੀ। ਭਾਈ ਮਤੀ ਦਾਸ ਜੀ ਆਲੂ ਵਾਂਗੂ ਉਬਲਦੇ ਰਹੇ ਪਰ ਆਪਣੀ ਰਸਨਾ ਤੋਂ ਸ੍ਰੀ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰਦੇ ਰਹੇ। ਤਾਂ ਐਸਾ ਕੁਝ ਕਰਦਿਆਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸਭ ਕੁਝ ਸਾਕੇ ਹੋਏ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਡੋਲ ਬੈਠੇ ਰਹੇ। ਲੋਹੇ ਦਾ ਪਿੰਜਰਾ ਹੈ, ਜਿਸ ਪਿੰਜਰੇ ਦੇ ਵਿੱਚ ਨਾ ਬੈਠਿਆ ਜਾਂਦਾ ਹੈ ਨਾ ਕੋਈ ਖੜਿਆ ਜਾ ਸਕਦਾ ਹੈ। ਬਹੁਤ ਲੋਹੇ ਦੇ ਅੰਦਰ ਨੂੰ ਦੱਸਦੇ ਇਤਿਹਾਸ ਦੇ ਵਿੱਚ ਲਿਖਿਆ ਵੀ ਬੜੇ ਤਿੱਖੇ ਕਿੱਲੇ ਲੱਗੇ ਹੋਏ ਨੇ ਤੇ ਜਦੋਂ ਮਨੁੱਖ ਹਿਲਦਾ ਹੈ ਤੇ ਉਹ ਜਿਹੜੇ ਲੋਹੇ ਦੇ ਕਿੱਲ ਬਣੇ ਹੋਏ ਨੇ ਉਹ ਚੁੱਭਦੇ ਆ ਸਰੀਰਾਂ ਦੇ ਅੰਦਰ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੌਣ ਕੋਈ ਕੈਦ ਕਰ ਸਕਦਾ? ਉਹ ਸਮਰੱਥ ਨੇ, ਉਹ ਅਡੋਲ ਹੋ ਕਰਕੇ ਧਿਆਨ ਸਮਾਧੀ ਦੇ ਵਿੱਚ ਹਜ਼ੂਰ ਆਪਣੇ ਪਰਮ ਆਨੰਦ ਦੇ ਵਿੱਚ ਲੀਨ ਰਹਿੰਦੇ ਹਨ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਸ਼ਹੀਦ ਕਰਨਾ ਚਾਹਿਆ ਤੇ ਹਜ਼ੂਰ ਨੇ ਵਚਨ ਕਿਹਾ ਸੀ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਹਜ਼ੂਰ ਨੇ ਖੂਹ ਤੇ ਇਸ਼ਨਾਨ ਕੀਤਾ। ਅੱਜ ਵੀ ਸੰਗਤ ਦੀ ਗੁਰਦੁਆਰਾ ਸੀਸਗੰਜ ਜਿਹੜਾ ਦਿੱਲੀ ਵਿਖੇ ਹੈ ਉੱਥੇ ਉਹ ਖੂਹ ਹੈ, ਇੱਕ ਬੋਹੜ ਦਾ ਦਰਖਤ ਹੈ। ਹਜ਼ੂਰ ਨੇ ਖੂਹ ਤੇ ਇਸ਼ਨਾਨ ਕਰਕੇ ਜਪਜੀ ਦਾ ਪਾਠ ਕੀਤਾ ਤੇ ਉਸ ਵੇਲੇ ਸਮਾਣੇ ਦੇ ਜਲਾਦ ਨੇ ਹਜ਼ੂਰ ਤੇ ਵਾਰ ਕਰਕੇ ਸਿਰ ਕਲਮ ਕਰ ਦਿੱਤਾ। ਭਾਈ ਜੈਤਾ ਜੀ ਉਸ ਵੇਲੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਨੂੰ ਲੈ ਕੇ ਅਨੰਦਪੁਰ ਸਾਹਿਬ ਵੱਲ ਤੁਰ ਪਏ। ਭਾਈ ਲੱਖੀ ਸਾਹਿਬ ਬੰਜਾਰੇ ਸਿੱਖ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਨੂੰ ਬਹੁਤ ਹਿੰਮਤ ਦੇ ਨਾਲ ਲੈ ਕੇ ਆਪਣੇ ਘਰ ਦੇ ਵਿੱਚ ਲਿਜਾ ਕੇ ਆਪਣੇ ਘਰ ਨੂੰ ਹੀ ਅੱਗ ਲਾ ਕੇ ਸਾੜ ਦਿੱਤਾ। ਆਪਣੇ ਗੁਰੂ ਤੋਂ ਸਭ ਕੁਝ ਹੀ ਕੁਰਬਾਨ ਕਰ ਦਿੱਤਾ। ਤੇ ਫਿਰ ਬਾਅਦ ਵਿੱਚ ਲੋਕਾਂ ਵਿੱਚ ਇਹ ਗੱਲ ਦਾ ਸਹਿਮ ਹੋ ਗਿਆ ਕਿ ਇਹ ਗੱਲ ਦਾ ਪਤਾ ਲੱਗਿਆ ਵੀ ਭਾਈ ਲੱਖੀ ਸਾਹਿਬ ਜੀ ਦੇ ਘਰ ਨੂੰ ਮਕਾਨ ਨੂੰ ਅੱਗ ਲੱਗ ਗਈ। ਇਸ ਤਰ੍ਹਾਂ ਦਾ ਬਹਾਨਾ ਬਣਾ ਕੇ ਭਾਈ ਲੱਖੀ ਸ਼ਾਹ ਜੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਦਾ ਸੰਸਕਾਰ ਕੀਤਾ। ਇਸ ਤਰ੍ਹਾਂ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ। ਉਸ ਵੇਲੇ ਹਜ਼ੂਰ ਨੇ ਲੋਹੇ ਦੇ ਪਿੰਜਰੇ ਦੇ ਵਿੱਚ ਬੈਠਿਆ ਹੋਇਆ ਸੰਗਤਾਂ ਨੂੰ ਕੁਝ ਉਪਦੇਸ਼ ਦਿੱਤਾ। ਜਿਹੜੇ ਗੁਰਸਿੱਖ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਮਿਲ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਨੂੰ ਗਏ ਸਨ ਤੇ ਹਜ਼ੂਰ ਨੇ ਇਹ ਜਿਹੜਾ ਅੰਤਮ ਸੰਦੇਸ਼ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 9ਵੇਂ ਪਾਤਸ਼ਾਹ ਜੀ ਦੇ ਭੋਗ ਦੇ ਸ਼ਲੋਕ ਉਸ ਵੇਲੇ ਲੋਹੇ ਦੇ ਪਿੰਜਰੇ ਦੇ ਵਿੱਚ ਹਜ਼ੂਰ ਨੇ ਬੈਠਿਆ ਹੋਇਆ
ਸੰਗਤਾਂ ਦੇ ਪ੍ਰਤੀ ਇਹ ਸੰਦੇਸ਼ ਦਿੱਤਾ ਹੈ। ਕਈ ਜਿਹੜੇ ਵਿਦਵਾਨ ਗੁਰਸਿੱਖ ਇਸ ਨੂੰ ਪੰਥਨਾਮਾ ਆਖਦੇ ਹੈ। ਪੰਥਨਾਮਾ ਸਾਧ ਸੰਗਤ ਜੀ ਆਮ ਤੌਰ ਤੇ ਜਿਹੜੇ ਕਿ ਪੁਰਾਣੇ ਰਾਜੇ ਲੋਕ ਹੋਇਆ ਕਰਦੇ, ਉਹ ਜਿਸ ਵੇਲੇ ਆਪਣਾ ਸਰੀਰ ਤਿਆਗਦੇ ਮਰਨ ਤੋਂ ਬਾਅਦ ਆਪਣੇ ਬੇਟਿਆਂ ਨੂੰ ਉਹ ਕਈ ਵਾਰ ਪੰਥਨਾਮਾ ਲਿਖਿਆ ਕਰਦੇ ਸਨ। ਸਤਿਗੁਰੂ ਜਿਸ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਦਾ ਵੀ ਜਿਹੜਾ ਪੰਥਨਾਮਾ ਹੈ, ਜਿਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਚੜ੍ਹਾਈ ਕੀਤੀ ਮਰਿਆ ਹੈ, ਉਸ ਵੇਲੇ ਔਰੰਗਜ਼ੇਬ ਦੀ ਜਿਹੜੀ ਮਰਨ ਸੇਜਾ ਸੀ, ਜਿਸ ਸੇਜਾ ਦੇ ਬਿਸਤਰੇ ਤੇ ਔਰੰਗਜ਼ੇਬ ਨੇ ਚੜ੍ਹਾਈ ਕੀਤੀ, ਉਸ ਬਿਸਤਰੇ ਤੋਂ ਇੱਕ ਪੰਥਨਾਮਾ, ਇੱਕ ਲਿਖਿਆ ਹੋਇਆ ਪੱਤਰ ਮਿਲਿਆ ਸੀ। ਉਸ ਦੇ ਉੱਪਰ ਲਿਖਿਆ ਹੋਇਆ ਸੀ ਕਿ ਬੇਸਹਾਰਾ ਦੁਨੀਆ ਤੇ ਆਇਆ, ਬੇਸਹਾਰਾ ਦੁਨੀਆ ਤੋਂ ਚੱਲਿਆ। ਇਤਿਹਾਸ ਉਸ ਦੇ ਵਿੱਚ ਕਾਫੀ ਉਹ ਪੰਥਨਾਮੇ ਵਿੱਚ ਲਿਖੇ ਹੋਏ ਬਚਨ ਸਨ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਸ਼ਹੀਦੀ ਪਾਉਣੀ ਹੈ, ਇਸ ਕਰਕੇ ਹਜ਼ੂਰ ਨੇ ਇਹ ਸਾਹਿਬਜ਼ਾਦੇ ਗੋਬਿੰਦ ਰਾਏ ਦੇ ਨਾਂ ਅਤੇ ਸੰਗਤਾਂ ਨੂੰ ਸਤਿਗੁਰੂ ਜੀ ਇਹ ਮੰਨ ਲਓ ਇੱਕ ਪੰਥਨਾਮਾ ਲਿਖ ਰਹੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਆਖਰੀ ਹਜ਼ੂਰ ਨੇ ਸ਼ਲੋਕ ਬਚਨ ਸੰਗਤਾਂ ਨੂੰ ਵੈਰਾਗਮਈ ਬਖਸ਼ਿਸ਼ ਕੀਤੇ, ਆਪਾਂ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ, ਏਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਹੈ ਓੰਕਾਰ ਸਭ ਦਾ ਪ੍ਰਕਾਸ਼ਕ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਮਹੱਲਾ ਨਾਵਾ। ਸ਼ਲੋਕ ਸੰਤ ਦਾ ਨਾਮ ਹੈ, ਮਹੱਲਾ ਨਾਵਾ। ਨਾਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮੁੱਚੀਆਂ ਸੰਗਤਾਂ ਨੂੰ ਜੋ ਅਨੰਦਪੁਰ ਸਾਹਿਬ ਦੇ ਵਿੱਚ ਹਨ, ਸ੍ਰੀ ਗੋਬਿੰਦ ਰਾਏ ਜੀ ਹਨ, ਹਜ਼ੂਰ ਸਾਰੀਆਂ ਸੰਗਤਾਂ ਨੂੰ ਆਪਾਂ ਨੂੰ ਵੀ ਇਹ ਸਰਬ ਸਾਂਝਾ ਉਪਦੇਸ਼ ਵੈਰਾਗਮਈ ਉਪਦੇਸ਼ ਬਖਸ਼ਦੇ ਹਨ। ਗੁਣ ਗੋਬਿੰਦ ਗਾਇਓ ਨਹੀਂ। ਹਜ਼ੂਰ ਕਹਿੰਦੇ ਭਾਈ, ਜਿਨ੍ਹਾਂ ਮਨੁੱਖਾਂ ਨੇ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਨਹੀਂ ਹੈ, ਭਾਵ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਜਨਮ ਅਕਾਰਥ ਕੀਨ। ਉਹ ਮੰਨ ਲਓ ਉਹਨਾਂ ਨੇ ਆਪਣਾ ਜਨਮ ਸੰਸਾਰ ਦੇ ਵਿੱਚ ਆਇਆ ਹੋਇਆ ਬੇਅਰਥੀ ਕਰ ਲਿਆ। ਜਿਹੋ ਜਿਹੇ ਸੰਸਾਰ ਤੇ ਆਏ, ਜਿਹੋ ਜਿਹੇ ਨਾ ਆਏ, ਇੱਕੋ ਸਮਾਨ ਲੋਕ ਹਨ ਜਿਨ੍ਹਾਂ ਨੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਗੁਣ ਨਹੀਂ ਗਾਇਨ ਕੀਤੇ। ਕਹੋ ਨਾਨਕ ਹਰਿ ਭਜ ਮਨਾ। ਸਤਿਗੁਰੂ ਜੀ ਉੱਤਮ ਵਕਤੇ ਦੁਆਰਾ ਉਪਦੇਸ਼ ਕਰਦੇ ਨੇ। ਜਿਹੜੇ ਉੱਤਮ ਵਕਤੇ ਹਨ ਉਹ ਕਈ ਵਾਰ ਸਮਝਾਉਂਦੇ ਆਪਣੇ ਦੂਜਿਆਂ ਨੂੰ ਹੁੰਦੇ ਹੈ, ਕਹਿੰਦੇ ਉਹ ਆਪਣੇ ਆਪ ਨੂੰ ਹੁੰਦੇ ਹਨ। ਇਹ ਉੱਤਮ ਵਕਤੇ ਦੀ ਨਿਸ਼ਾਨੀ ਹੈ। ਉੱਤਮ ਵਕਤਾ, ਮੱਧਮ ਵਕਤਾ ਤੇ ਕਨਿਸ਼ਟ ਵਕਤਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਹੁਤ ਸਾਰੀ ਬਾਣੀ ਜਿਹੜੀ ਉਹ ਮਨ ਪ੍ਰਥਾਏ ਉਚਾਰਨ ਕੀਤੀ ਹੋਈ ਹੈ। ਸਾਧ ਸੰਗਤ ਦੀ ਮਨ ਜਿਹੜਾ ਹੈ ਸਾਡੇ ਸਾਰਿਆਂ ਦੇ ਕੋਲੇ ਹੈ। ਜਦੋਂ ਅਸੀਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਪੜ੍ਹਦੇ ਹਾਂ ਤੇ ਸਾਨੂੰ ਇਉਂ ਜਾਪਦਾ ਹੈ ਕਿ ਮੰਨੋ ਸਾਡੇ ਮਨ ਨੂੰ ਹੀ ਉਪਦੇਸ਼ ਤੇ ਸਿੱਖਿਆ ਹੈ। ਇਸ ਕਰਕੇ ਹਜ਼ੂਰ ਨੇ ਸਾਡੂਈ ਜੀਵਾਂ ਦੀ ਅੰਦਰ ਦੀ ਦਸ਼ਾ ਵਰਣਨ ਕੀਤੀ ਹੈ ਆਪਣੇ ਮਨ ਦੁਆਰਾ, ਕਿਉਂਕਿ ਸਤਿਗੁਰੂ ਜੀ ਤਾਂ ਆਪ ਪਰਮੇਸ਼ਰ ਸਰੂਪ ਨੇ। ਪਰ ਜਿਹੜੇ ਉੱਤਮ ਪੁਰਸ਼ ਹੁੰਦੇ ਹਨ ਉਹ ਕਹਿੰਦੇ ਆਪਣੇ ਆਪ ਨੂੰ ਹੈ ਤੇ ਸਮਝਾਉਂਦੇ ਦੂਜਿਆਂ ਨੂੰ ਹੁੰਦੇ, ਕਹਿਣਾ ਉਹ ਦੂਜਿਆਂ ਨੂੰ ਚਾਹੁੰਦੇ ਹੁੰਦੇ ਹਨ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਭਜ ਹਰ ਮਨਾ। ਸਤਿਗੁਰੂ ਸਾਹਿਬ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ। ਮਨਾ ਇਹ ਸੰਬੋਧਨ ਵਾਚਕ ਹੈ ਕਿ ਹੇ ਮਨਾ ਤੂੰ ਪ੍ਰਮਾਤਮਾ ਦਾ ਭਜਨ ਕਰ। ਇਹ ਵਿਦ ਜਲ ਕਉ ਮੀਨ। ਜਿਸ ਵਿਧੀ ਦੇ ਨਾਲ ਜਿਹੜੀ ਮੀਨ ਮੱਛੀ ਹੈ ਉਹ ਪਾਣੀ ਨੂੰ ਯਾਦ ਕਰਦੀ ਹੈ, ਜਿਹੜੀ ਮੱਛੀ ਹੈ ਉਹ ਪਾਣੀ ਤੋਂ ਬਿਨਾਂ ਕਦੇ ਰਹਿੰਦੀ ਨਹੀਂ। ਕਹਿੰਦੇ ਇਸੇ ਤਰ੍ਹਾਂ ਹੇ ਮਨਾ ਤੇਰੇ ਮਨ ਦੇ ਅੰਦਰ ਪਰਮੇਸ਼ਰ ਦੀ ਐਸੀ ਤਾਂਘ ਪੈਦਾ ਹੋ ਜਾਏ, ਤੂੰ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾਂ ਨਾ ਰਹੇ। ਜੈਸੇ ਸਤਿਗੁਰੂ ਜੀ ਨੇ ਵਚਨ ਕੀਤੇ ਹਨ, ਜਿਉ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰਕ ਕੋ ਕਿਉ ਕਰ ਤ੍ਰਿਪਤਾਵੈ, ਨਾਦ ਪੁਰੰਗ ਕਹਿ ਬੇਦਿਆ ਸਬੇਦਿਆ ਸਨਮੁਖ ਉਠਤਾਵੈ, ਭਵ ਲੋਭੀ ਕੁਸਮ ਵਾਸਕਾ ਮਿਲਿਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਇਸ ਤਰ੍ਹਾਂ ਹੀ ਮਨਾ ਤੂੰ ਪ੍ਰਮਾਤਮਾ ਦੇ ਨਾਮ ਨੂੰ ਧਿਆ, ਨਾਮ ਨੂੰ ਜਪ।
ਜਿਵੇਂ ਮੱਛੀ ਪਾਣੀ ਨੂੰ ਹਮੇਸ਼ਾ ਵਾਸਤੇ ਯਾਦ ਰੱਖਦੀ ਹੈ, ਤੂੰ ਵੀ ਪ੍ਰਮਾਤਮਾ ਨੂੰ ਇਉਂ ਚੇਤੇ ਕਰ। ਸਿੱਖਿਅਨ ਸਿਓ ਕਾਹੇ ਰਚਿਓ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਹੇ ਮਨੁੱਖ, ਤੂੰ ਵਿਸ਼ਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ ਨਾਲ ਤੂੰ ਕਿਉਂ ਰਚਿਆ ਪਿਆ ਹੈ, ਕਿਉਂ ਲੱਗਿਆ ਖਪਤ ਹੋਇਆ ਫਿਰਦਾ। ਨਿਮਖ ਨਾ ਹੋਏ ਉਦਾਸ। ਇੱਕ ਨਿਮਕ ਮਾਤਰ ਵੀ ਤੂੰ ਇਹਨਾਂ ਤੋਂ ਉਪਰਾਮ ਨਹੀਂ ਹੁੰਦਾ। ਇਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਤੂੰ ਹਰ ਸਮੇਂ ਖਚਿਤ ਹੋਇਆ ਰਹਿਣਾ। ਕਹੋ ਨਾਨਕ ਭਜ ਹਰਿ ਮਨਾ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਹੇ ਮਨਾ, ਇਉਂ ਬੇਨਤੀਆਂ ਕਰੀਏ, ਹੇ ਮਨਾ, ਤੂੰ ਪ੍ਰਮਾਤਮਾ ਦਾ ਭਜਨ ਕਰ। ਕਰੈ ਨ ਜਮ ਕੀ ਖਾਸ। ਫਿਰ ਤੇਰੇ ਉੱਪਰ ਕਦੇ ਜਮਾਂ ਦੀ ਫਾਹੀ ਨਹੀਂ ਪਵੇਗੀ, ਤੇਰੇ ਗਲ ਦੇ ਵਿੱਚ ਜਮਾਂ ਦਾ ਫਾਹਾ ਨਹੀਂ ਪੈਂਦਾ। ਜਮ ਵੀ ਤੇਰਾ ਸਤਿਕਾਰ ਕਰਨਗੇ ਜੇ ਤੂੰ ਪ੍ਰਮਾਤਮਾ ਦੀ ਬੰਦਗੀ ਕਰਨ ਲੱਗ ਗਿਆ। ਤਰ ਨਾਪੋ ਇਉ ਹੀ ਗਇਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਐ ਮਨੁੱਖ, ਤੂੰ ਨਿਗਾਹ ਮਾਰ ਕੇ ਵੇਖ, ਜਿਹੜੀ ਤੇਰੀ ਜਵਾਨੀ ਸੀ ਸੰਸਾਰ ਦੇ ਵਿੱਚ ਐਵੇਂ ਵਿਅਰਥੀ ਚਲੀ ਗਈ। ਜੀਉ ਜਰਾ ਤਨ ਜੀਤ। ਜਿਹੜਾ ਜਰਾ ਬੁਢੇਪਾ ਹੈ, ਇਹਨੇ ਤੇਰੇ ਤਨ ਸਰੀਰ ਨੂੰ ਹੁਣ ਜਿੱਤ ਲਿਆ ਹੈ, ਜਿੱਤਣ ਲੱਗਿਆ ਹੋਇਆ ਹੈ। ਬਾਲਕ ਅਵਸਥਾ ਜਿਹੜੀ ਬਤੀਤ ਹੋ ਗਈ, ਜਵਾਨੀ ਦੀ ਅਵਸਥਾ ਐਵੇਂ ਚਲੀ ਗਈ, ਹੁਣ ਤੇਰਾ ਬੁਢਾਪੇ ਨੇ ਸਰੀਰ ਗ੍ਰਸ ਲਿਆ ਹੈ। ਕਹੋ ਨਾਨਕ ਭਜ ਹਰਿ ਮਨਾ। ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹਨ, ਹੇ ਮਨਾ, ਪ੍ਰਮਾਤਮਾ ਦਾ ਤੂੰ ਭਜਨ ਕਰ। ਔਦ ਜਾਤ ਹੈ ਬੀਤ। ਜਿਹੜੀ ਤੇਰੀ ਔਦ ਉਮਰ ਹੈ, ਇਹ ਤੇਰੀ ਬੀਤਦੀ ਜਾ ਰਹੀ ਹੈ। ਬੀਤ ਜਹ ਜਨਮ ਆਕਾਜ ਰੇ। ਇਹ ਥੋੜੇ ਥੋੜੇ ਸਮੇਂ ਦੇ ਅੰਦਰ ਛਿਨ ਛਿਨ ਔਦ ਵਿਹਾਤ ਹੈ, ਫੂਟੇ ਘਟ ਲਿਓ ਪਾਣੀ। ਇਉਂ ਜਿਹੜੀ ਮਨੁੱਖ ਦੀ ਉਮਰ ਬਤੀਤ ਹੁੰਦੀ ਜਾ ਰਹੀ ਹੈ। ਫਿਰਦ ਭਇਓ ਸੂਝੈ ਨਹੀਂ। ਹਜ਼ੂਰ ਕਹਿੰਦੇ, ਦੇਖ, ਬਿਰਧ ਅਵਸਥਾ ਤੇਰੀ ਹੋ ਚੁੱਕੀ ਹੈ, ਬਿਰਧ ਹੋ ਗਿਆ ਹੈ। ਕੁਝ ਵੀ ਪਰਲੋਕ ਦੀ ਬਾਬਤ, ਨਾਮ ਦੀ ਬਾਬਤ ਤੈਨੂੰ ਸੁਝਿਆ ਨਹੀਂ ਹੈ। ਕਾਲ ਪਹੁੰਚਿਓ ਆਨ। ਜਿਹੜਾ ਕਾਲ ਮੌਤ ਦਾ ਸਮਾਂ ਹੈ, ਇਹ ਤੇਰੇ ਆਣ ਨੇੜੇ ਆ ਕਰਕੇ ਪਹੁੰਚ ਗਿਆ। ਕਹੋ ਨਾਨਕ ਨਰ ਬਾਵਰੇ। ਹਜ਼ੂਰ ਪਾਤਸ਼ਾਹ ਜੀ ਕਹਿੰਦੇ, ਹੇ ਕਮਲੇ ਬਾਬਰੇ, ਕਮਲੇ ਝੱਲੇ ਪੁਰਸ਼, ਕਿਉਂ ਨਾ ਭਜੈ ਭਗਵਾਨ। ਤੂੰ ਭਗਵਾਨ ਖੜ ਭਗਾ ਸੰਪੰਨ ਪ੍ਰਮਾਤਮਾ ਨੂੰ ਕਿਉਂ ਨਹੀਂ ਭਜਨ ਕਰਦਾ। ਉਸ ਦਾ ਉਮਰ ਖਤਮ ਹੁੰਦੀ ਜਾ ਰਹੀ ਹੈ। ਧਨ ਦਾਰਾ ਸੰਪਤ ਸਗਲ। ਧਨ ਮਾਇਆ ਦੇ ਵਿੱਚ, ਦਾਰਾ, ਇਸਤਰੀ ਦੇ ਅਤੇ ਵਿਭੂਤੀ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਨ ਆਪਣੀ ਕਰਮਾਨ। ਜਿਨ੍ਹਾਂ ਨੇ ਆਪਣੀ ਕਰਕੇ ਮੰਨਿਆ ਹੋਇਆ ਹੈ, ਆਪਣੀ ਸਮਝਦਾ ਕਿ ਮੇਰਾ ਧਨ ਹੈ, ਮੇਰੀ ਪਤਨੀ ਹੈ, ਮੇਰੀ ਸੰਪਤੀ ਵਿਭੂਤੀ ਹੈ। ਇਨ ਮੈਂ ਕਛ ਸੰਗੀ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਭਾਈ, ਇਹਨਾਂ ਦੇ ਵਿੱਚੋਂ ਕੋਈ ਵੀ ਮਨੁੱਖ ਦਾ ਅੰਤ ਦੇ ਸਮੇਂ ਸੰਗੀ ਸਾਥੀ ਨਹੀਂ ਬਣਦਾ। ਨਾਨਕ ਸਾਚੀ ਜਾਨ। ਇਹ ਗੱਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਭਾਈ, ਸਾਡੀ ਸੱਚੀ ਮੰਨ ਲਓ। ਅੰਤ ਦੇ ਸਮੇਂ ਕੋਈ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ। ਪਤਿਤ ਉਦਾਹਰਨ ਪੈ ਹਰਨ। ਜਿਹੜਾ ਪ੍ਰਮਾਤਮਾ ਹੈ, ਉਹ ਪਾਪੀਆਂ ਦਾ ਉਧਾਰ ਕਰਨ ਵਾਲਾ। ਵੱਡੇ ਵੱਡੇ ਪਾਪੀਆਂ ਦਾ ਉਧਾਰ ਨਾਮ ਦਾ ਸਦਕਾ ਹੋਇਆ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਿਸਤਾਰਾ। ਪ੍ਰਮਾਤਮਾ ਦੇ ਨਾਮ ਨੇ ਨਿਮਕ ਦੇ ਵਿੱਚ ਪਾਰ ਉਤਾਰਾ ਕਰ ਦਿੱਤਾ। ਜਿਹੜਾ ਨਾਮ ਹੈ, ਉਹ ਪਾਪੀਆਂ ਦਾ ਵੀ ਉਧਾਰ ਕਰਨ ਵਾਲਾ ਹੈ। ਭੈ ਹਰਨ, ਜਿਹੜਾ ਭੈ ਹੈ 7 ਪ੍ਰਕਾਰ ਦਾ, ਜਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਇਹ ਸਾਰੇ ਭੈ ਖਤਮ ਕਰ ਦਿੰਦਾ। ਹਰ ਨਾਥ ਕੇ ਨਾਥ। ਜਿਹੜਾ ਹਰੀ ਪ੍ਰਮਾਤਮਾ ਵਾਹਿਗੁਰੂ ਹੈ, ਉਹ ਤਾਂ ਅਨਾਥਾਂ ਦਾ ਵੀ ਮਾਲਕ ਹੈ। ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਯਤੀਮ ਹਨ, ਉਹਨਾਂ ਦਾ ਪ੍ਰਮਾਤਮਾ ਵਾਹਿਗੁਰੂ ਮਾਲਕ ਬਣਦਾ। ਕਹੋ ਨਾਨਕ ਤਿਹ ਜਾਨੀਐ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਭਾਈ, ਇਹ ਉਸ ਨੂੰ ਜਾਣਨਾ ਕਰੀਏ ਸਦਾ ਬਸਤ ਤੁਮ ਸਾਥ। ਜਿਹੜਾ ਸਦਾ ਹੀ ਤੇਰੇ ਨਾਲ ਵਸਦਾ ਹੈ, ਸਦਾ ਹੀ ਤੇਰੇ ਨਾਲ ਰਹਿੰਦਾ ਹੈ। ਪਰਮਾਤਮਾ ਵਾਹਿਗੁਰੂ ਹਰ ਸਮੇਂ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸਦ ਸੁਣਦਾ, ਸਦ ਵੇਖਦਾ। ਹਰ ਸਮੇਂ ਪ੍ਰਮਾਤਮਾ ਸਾਡੇ ਨਾਲ ਹੈ। ਐਸੇ ਪ੍ਰਮਾਤਮਾ ਨੂੰ ਤੁਸੀਂ ਯਾਦ ਕਰੋ, ਉਸ ਨੂੰ ਅਨੁਭਵ ਕਰੋ। ਧਨ ਧਨ ਜਿਹ ਤੋ ਕਉ ਦਿਓ। ਸਤਿਗੁਰੂ ਜੀ ਕਹਿੰਦੇ, ਹੈ ਮਨੁੱਖ, ਵੇਖ, ਜਿਸ ਪ੍ਰਮਾਤਮਾ ਨੇ ਤੈਨੂੰ ਤਨ ਸਥੂਲ ਸਰੀਰ ਦਿੱਤਾ ਹੈ, ਤੈਨੂੰ ਧਨ ਮਾਇਆ ਪਦਾਰਥ ਦਿੱਤੇ ਨੇ,
ਸੰਪੈ ਵਿਭੂਤੀ ਦਿੱਤੀ ਹੈ, ਸੁਖ ਦਿੱਤੇ ਹਨ। ਤਾਂ ਸਿਓ ਨੇਹੁ ਨਾ ਕੀਨ। ਉਸ ਪਰਮਾਤਮਾ ਦੇ ਨਾਲ ਮਨੁੱਖ ਤੂੰ ਨਿਹੋ ਹੀ ਨਹੀਂ ਕੀਤਾ, ਕਦੇ ਪ੍ਰੇਮ ਹੀ ਨਹੀਂ ਕੀਤਾ ਪਰਮਾਤਮਾ ਦੇ ਨਾਲ। ਇਹ ਸਭ ਕੁਝ ਪਰਮਾਤਮਾ ਦੀ ਬਦੌਲਤ ਹੈ। ਮਨੁੱਖ ਕਈ ਵਾਰ ਸੋਚਦਾ ਵੀ ਧਨ ਤਾਂ ਮੈਂ ਕਮਾਉਂਦਾ ਹਾਂ, ਇਹ ਧਨ ਸੰਪਤੀ ਮੇਰੀ ਹੈ, ਮੈਂ ਆਪਣੀ ਕਮਾਈ ਕੀਤੀ ਹੈ। ਸਾਧ ਸੰਗਤ ਦੀ ਜੇ ਪਰਮਾਤਮਾ ਨੇ ਮਨੁੱਖ ਨੂੰ ਦਿਲ ਦਿਮਾਗ ਸਹੀ ਦਿੱਤਾ ਹੈ ਤਾਂ ਹੀ ਸਭ ਕੁਝ ਇਹ ਧਨ ਪਦਾਰਥ ਕਮਾ ਸਕਦਾ। ਜੇ ਪਰਮਾਤਮਾ ਪਾਗਲ ਹੀ ਕਰ ਦਿੰਦਾ ਜਾਂ ਪੱਥਰ ਵਰਗੇ ਕਿੰਨੇ ਮਨੁੱਖ ਵਾਹਿਗੁਰੂ ਜੀ ਨੇ ਐਸੇ ਪੈਦਾ ਕੀਤੇ ਨੇ ਜਿਨ੍ਹਾਂ ਨੂੰ ਕੋਈ ਅਕਲ ਨਹੀਂ, ਕੋਈ ਸੂਝ ਨਹੀਂ, ਆਪਣੇ ਆਪ ਦੀ ਵੀ ਕਿਰਿਆ ਕਰਨ ਦਾ ਵੀ ਸਮਝ ਨਹੀਂ ਹੈ, ਉਹ ਕੀ ਕੋਈ ਧਨ ਪੈਸਾ ਕਮਾ ਸਕਦਾ। ਇਸ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਭਾਈ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਤਨ ਸਥੂਲ ਸਰੀਰ ਮਿਲਿਆ ਹੈ, ਜਿਸ ਪਰਮਾਤਮਾ ਨੇ ਤੈਨੂੰ ਦੀ ਕਿਰਪਾ ਨਾਲ ਤੈਨੂੰ ਧਨ ਦਿੱਤਾ ਹੈ, ਸੰਪੈ ਵਿਭੂਤੀ ਸੁਖ ਦਿੱਤੇ, ਉਸ ਦੇ ਨਾਲ ਤੂੰ ਕਦੇ ਪ੍ਰੇਮ ਹੀ ਨਹੀਂ ਕੀਤਾ। ਕਹੋ ਨਾਨਕ ਨਰ ਬਾਵਰੇ। ਹਜ਼ੂਰ ਕਹਿੰਦੇ ਹਨ, ਹੇ ਕਮਲੇ ਝੱਲੇ ਪੁਰਸ਼, ਅਬ ਕਿਉ ਡੋਲਤ ਦੀਨ। ਤੂੰ ਹੁਣ ਕਿਉਂ ਆਪਣੇ ਦੀਨ ਤੋਂ, ਆਪਣੇ ਧਰਮ ਤੋਂ ਡੋਲਦਾ ਫਿਰਦਾ ਹੈ, ਕਦੇ ਆਪਣਾ ਧਰਮ ਤਬਦੀਲ ਕਰਨ ਨੂੰ ਫਿਰਦਾ ਹੈ। ਅਬ ਕਿਉਂ ਡੋਲਤ ਦੀਨ, ਹੁਣ ਤੂੰ ਦੀਨ ਦੁਖੀ ਹੋ ਕੇ ਕਿਉਂ ਫਿਰਦਾ ਹੈ। ਇਸੇ ਤਰ੍ਹਾਂ ਦੀਨ ਦਾ ਅਰਥ ਹੈ ਦੁਖੀ ਹੋਣਾ। ਹੁਣ ਕਿਉਂ ਦੁਖੀ ਹੋ ਕੇ ਡੋਲਦਾ ਫਿਰਦਾ, ਕਿਉਂ ਆਪਣੇ ਦੀਨ ਧਰਮ ਤੋਂ ਡੋਲਦਾ ਫਿਰਦਾ, ਧਰਮ ਨੂੰ ਤਿਆਗਣ ਨੂੰ ਫਿਰਦਾ ਹੈ। ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਉਸ ਨੂੰ ਚੇਤੇ ਕਰ, ਯਾਦ ਕਰ, ਧਰਮ ਦੇ ਵਿੱਚ ਪਰਪੱਕ ਰਹਿ ਸਹਿਤ ਹੋ ਕੇ। ਧੰਨ ਧੰਨ